ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਪੀਕ ਨਿਊਜ਼ ਤੇ ਮੈਂ ਹਾਂ ਭਾਰਤੀ ਸ਼ਰਮਾ। ਵੱਖ-ਵੱਖ ਸਰਕਾਰਾਂ ਵੱਲੋਂ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਬਹੁਤ ਸਾਰੇ ਜਿਹੜੇ ਦਾਅਵੇ ਨੇ ਉਹ ਕੀਤੇ ਜਾਂਦੇ ਨੇ, ਪਰ ਜਿਹੜੀ ਜ਼ਮੀਨੀ ਹਕੀਕਤ ਹੈ ਇਸ ਤੋਂ ਕਾਫੀ ਉਲਟ ਹੈ। ਤੇ ਜਿਸ ਦੀ ਪ੍ਰਤੱਖ ਮਿਸਾਲ ਜੋ ਹੈ ਉਹ ਸਾਡੇ ਨਾਲ ਅੱਜ ਮੌਜੂਦ ਨੇ ਸਰਬਜੀਤ ਜੀ, ਜੋ ਇੱਕ ਹੋਣਹਾਰ ਖਿਡਾਰੀ ਨੇ, ਪਰ ਹੋਣਹਾਰ ਖਿਡਾਰੀ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਜੋ ਜਿਹੜਾ ਉਹਨਾਂ ਦਾ ਮਾਨ ਸਨਮਾਨ ਹੈ ਸਰਕਾਰ ਵੱਲੋਂ ਨਹੀਂ ਦਿੱਤਾ ਗਿਆ। ਉਹਨਾਂ ਨੂੰ ਕੋਈ ਵੀ ਉਸ ਦਾ ਫਾਇਦਾ ਜੋ ਮਿਲਣਾ ਚਾਹੀਦਾ ਸੀ ਉਹ ਨਹੀਂ ਮਿਲਿਆ। ਤੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਸਰਬਜੀਤ ਜੀ, मेरा नाम तो पहले पीक न्यूज़ चैनल पर मैं सारे दर्शकों ਨੂੰ ਸਤਿ ਸ਼੍ਰੀ ਅਕਾਲ ਕਹਾਂਗਾ ਔਰ ਮੇਰੀ ਰਿਕੁਐਸਟ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਇਸ ਚੈਨਲ ਨੂੰ ਸ਼ੇਅਰ ਕਰੋ, ਕਿਉਂਕਿ ਮੇਰੀ ਆਵਾਜ਼ ਜਿਹੜੀ ਆ ਉਹ ਸਰਕਾਰ ਤੱਕ ਵੀ ਪਹੁੰਚੇ ਤੇ ਹਰ ਮਾਂ-ਬਾਪ ਤੱਕ ਪਹੁੰਚੇ ਤੇ ਆਪਣੇ ਬੱਚਿਆਂ ਨੂੰ ਉਹ ਵੀ ਇਸ ਤਰ੍ਹਾਂ ਹੀ ਮੋਟੀਵੇਟ ਕਰਨ ਤਾਂ ਕਿ ਬੱਚੇ ਜਿਹੜੇ ਆ ਉਹ ਵੀ ਦੇਸ਼ ਦਾ ਨਾਮ ਰੋਸ਼ਨ ਕਰਨ, ਪੰਜਾਬ ਦਾ ਨਾਮ ਰੋਸ਼ਨ ਕਰਨ। ਸਰਬਜੀਤ ਜੀ, ਇੰਨੇ ਹੋਣਹਾਰ ਖਿਡਾਰੀ ਹੋਣ ਦੇ ਬਾਵਜੂਦ ਵੀ ਤੁਸੀਂ ਆਟੋ ਚਲਾ ਕੇ ਆਪਣੇ ਘਰ ਦਾ ਗੁਜ਼ਾਰਾ ਕਰ ਰਹੇ ਹੋ, ਕਿਉਂ? ਕਿਉਂਕਿ ਕਿਸੇ ਵੀ ਗਵਰਨਮੈਂਟ ਨੇ ਮੈਨੂੰ ਜਿਹੜੀ ਹੈ ਉਹ ਸਪੋਰਟ ਜਿਹੜੀ ਹੈ ਉਹ ਨਹੀਂ ਕੀਤੀ। ਉਸ ਵੇਲੇ ਦੇ ਚੀਫ ਮਿਨਿਸਟਰ ਜਿਹੜੇ ਸਰਦਾਰ ਬੇਅੰਤ ਸਿੰਘ ਜੀ, ਮੈਂ ਫੇਸ ਟੂ ਫੇਸ ਜਾ ਕੇ ਉਹਨਾਂ ਨਾਲ ਗੱਲ ਕਰਕੇ ਆਇਆ, ਉਹਨਾਂ ਨੂੰ ਐਪਲੀਕੇਸ਼ਨ ਵੀ ਦੇ ਕੇ ਆਇਆ ਸੀਗਾ ਕਿ ਮੈਂ ਗੋਲਡ ਮੈਡਲਿਸਟ ਹਾਂ ਅਤੇ ਮੇਰੀ ਸਪੋਰਟ ਕਰੋ, ਮੇਰੀ ਬਾਂਹ ਫੜੋ ਤਾਂ ਕਿ ਮੈਂ ਅੱਗੇ ਜਾ ਕੇ ਦੇਸ਼ ਦਾ ਨਾਮ ਰੋਸ਼ਨ ਕਰਾਂ। ਪਰ ਉਹਨਾਂ ਨੇ ਵੀ ਇਗਨੋਰ ਕੀਤਾ ਤੇ ਇਸ ਤੋਂ ਬਾਅਦ ਫਿਰ ਮੈਂ ਵਾਪਸ ਘਰ ਆਇਆ ਤੇ ਇਸ ਤੋਂ ਬਾਅਦ ਫਿਰ ਮੈਂ ਪਲਾਨ ਬਣਾਇਆ ਕਿ ਦੁਬਾਰਾ ਕਿਸੇ ਮਿਨਿਸਟਰ ਨੂੰ ਜਾ ਕੇ ਮਿਲਾਂ ਤੇ ਉਸ ਟਾਈਮ ਦੇ ਸਿੱਖਿਆ ਮੰਤਰੀ ਰਹੇ ਖੁਸ਼ਹਾਲ ਬੈਲ, ਜਿਹੜੇ ਗੁਰਦਾਸਪੁਰ ਦੇ ਸੀਗੇ, ਉਹਨਾਂ ਨੂੰ ਵੀ ਐਪਲੀਕੇਸ਼ਨ ਦਿੱਤੀ ਕਿ ਮੇਰੀ ਥੋੜ੍ਹੀ ਸਪੋਰਟ ਕਰੋ ਤੇ ਉਹਨਾਂ ਨੂੰ ਐਪਲੀਕੇਸ਼ਨ ਦੇ ਕੇ ਆਇਆ ਮੈਂ ਤੇ ਫਿਰ ਵਾਪਸ ਆਇਆ ਜਦੋਂ ਮੈਂ ਤੇ ਕੋਈ ਵੀ ਸਪੋਰਟ ਜਿਹੜੀ ਨਹੀਂ ਕੀਤੀ। ਫਿਰ ਮੈਂ ਖੇਲ ਮੰਤਰੀ ਜਿਹੜੇ ਮਹਿੰਦਰ ਸਿੰਘ KP ਜੀ, ਉਹਨਾਂ ਨੂੰ ਵੀ ਜਾ ਕੇ ਮਿਲਿਆ ਤੇ ਉਹਨਾਂ ਨੇ ਵੀ ਇੱਦਾਂ ਇਗਨੋਰ ਕੀਤਾ, ਬਸ ਐਪਲੀਕੇਸ਼ਨ ਲੈ ਲੈਣੀ ਤੇ ਹੋਰ ਕੋਈ ਕਾਰਵਾਈ ਜਿਹੜੀ ਆ ਉਹ ਨਹੀਂ ਕਰਦੇ ਰਹੇ ਤੇ ਇਸ ਤਰ੍ਹਾਂ ਹੀ ਮੇਰੀ ਲਾਈਫ ਜਿਹੜੀ ਆ ਉਹ ਮੈਂ ਓਵਰੇਜ ਹੋ ਗਿਆ। ਸਰਬਜੀਤ ਜੀ, ਕਿਹੜੀ ਖੇਡ ਤੁਸੀਂ ਖੇਡਦੇ ਰਹੇ ਹੋ ਤੇ ਕਦੋਂ ਤੁਸੀਂ ਇਸ ਖੇਡ ਲਈ ਚੁਣੇ ਗਏ ਨੈਸ਼ਨਲ ਲੈਵਲ ਤੇ? 85-86 ਦੇ ਵਿੱਚ ਮੈਂ ਗੁਰਦਾਸਪੁਰ ਤੋਂ ਹੀ ਹੈਂਡਬਾਲ ਸ਼ੁਰੂ ਕੀਤੀ ਸੀਗੀ ਤੇ 99-90 ਦੇ ਵਿੱਚ ਮੈਂ ਨੈਸ਼ਨਲ ਲਈ ਸਿਲੈਕਟ ਹੋਇਆ ਸੀਗਾ ਤੇ ਦਿੱਲੀ ਦੇ ਵਿੱਚ ਨੈਸ਼ਨਲ ਗੇਮਸ ਹੋਈਆਂ ਸੀ ਤੇ 에ਅਰ ਚੀਫ ਮਾਰਸ਼ਲ ਜਿਹੜੇ ਅਰਜੁਨ ਸਿੰਘ ਲੈਫਟੀਨੈਂਟ ਗਵਰਨਰ ਰਹੇ ਆ ਦਿੱਲੀ ਦੇ, ਉਹਨਾਂ ਨੇ ਆਪਣੇ ਹੱਥ ਨਾਲ ਗੋਲਡ ਮੈਡਲ ਮੈਨੂੰ ਪਵਾਇਆ ਸੀਗਾ ਤੇ ਸਰਦਾਰ ਮਿਲਖਾ ਸਿੰਘ ਫਲਾਇੰਗ ਸਿੱਖ ਜਿਹੜੇ ਉਹ ਵੀ ਉਸ ਵੇਲੇ ਮੌਕੇ 'ਤੇ ਮੌਜੂਦ ਸੀਗੇ ਤੇ ਇਸ ਤੋਂ ਬਾਅਦ ਫਿਰ ਪੰਜਾਬ ਦੇ ਰਾਜਪਾਲ ਜਨਰਲ OP ਮਲਹੋਤਰਾ ਜਿਹੜੇ ਆ, ਉਹਨਾਂ ਨੇ ਸਪੈਸ਼ਲੀ ਸਾਨੂੰ ਸਨਮਾਨ ਦਿੱਤਾ ਸੀਗਾ, ਰਾਜਪਾਲ ਚੰਡੀਗੜ੍ਹ ਦੇ ਵਿੱਚ ਬੁਲਾ ਕੇ ਸਾਨੂੰ ਸਨਮਾਨਿਤ ਕੀਤਾ ਸੀਗਾ ਤੇ ਇਸ ਤੋਂ ਬਾਅਦ ਜਦੋਂ ਮੈਂ ਗੁਰਦਾਸਪੁਰ ਦੇ ਵਿੱਚ ਆਇਆ ਤੇ ਫਿਰ ਗੁਰਦਾਸਪੁਰ ਦੇ DC ਸਾਹਿਬ ਨੇ ਵੀ 26 ਜਨਵਰੀ ਉੱਤੇ ਮੈਨੂੰ ਸਨਮਾਨ ਜਿਹੜਾ ਉਹ ਕੀਤਾ ਸੀਗਾ। ਪਹਿਲਾ ਮੈਡਲ ਤੁਸੀਂ ਕਦੋਂ ਜਿੱਤਿਆ ਸੀ? ਡਿਸਟ੍ਰਿਕਟ ਲੈਵਲ ਦੇ ਵਿੱਚ ਤਾਂ ਉਸ ਟਾਈਮ ਮੈਡਲ ਨਹੀਂ ਮਿਲਦੇ ਸੀ, ਉਦੋਂ ਸਾਡੀਆਂ ਟੀਮਾਂ ਜਿਹੜੀਆਂ ਵਿਨਰ ਆਉਂਦੀਆਂ ਸੀਗੀਆਂ ਤੇ ਉਸ ਟਾਈਮ ਕੀ ਹੁੰਦਾ ਸੀਗਾ ਕਿ ਕੋਈ ਇੱਕ ਟਿਫਨ ਦੇ ਦਿੱਤਾ, ਉਹਨੂੰ ਇੱਦਾਂ ਰੈਪ ਕਰਕੇ ਤੇ ਦੇ ਦਿੰਦੇ ਸੀ, ਕਹਿੰਦੇ ਜੀ ਇਹ ਵਿਨਰ ਹੈ ਜੀ, ਤੇ ਇਸ ਤਰ੍ਹਾਂ ਸਿਸਟਮ ਚੱਲਦਾ ਰਿਹਾ। ਫਿਰ ਜਦੋਂ ਨੈਸ਼ਨਲ ਦੇ ਵਿੱਚ ਗਏ ਸੀਗੇ ਤੇ 99-90 ਦੇ ਵਿੱਚ ਗੋਲਡ ਮੈਡਲ ਜਿਹੜਾ ਉਹ 에ਅਰ ਚੀਫ ਮਾਰਸ਼ਲ ਸਰਦਾਰ ਅਰਜਨ ਸਿੰਘ ਜਿਹੜੇ ਆ ਉਹਨਾਂ ਤੋਂ ਮੈਂ ਗੋਲਡ ਮੈਡਲ ਜਿਹੜਾ ਪ੍ਰਾਪਤ ਕੀਤਾ ਜੀ। ਤੁਸੀਂ ਬਾਹਰ ਦੇਸ਼ ਵੀ ਗਏ ਹੋ ਤੇ ਮਤਲਬ ਇੱਥੋਂ ਦੇ ਦੇਸ਼ ਤੇ ਇੱਥੋਂ ਦੀਆਂ ਸਰਕਾਰਾਂ ਨਾਲੋਂ ਮਤਲਬ ਬਾਹਰ ਨਾਲੋਂ ਕਿੰਨਾ ਕੁ ਫਰਕ ਹੈ, ਕਿੰਨਾ ਕੁ ਅੰਤਰ ਹੈ? ਜ਼ਮੀਨ ਆਸਮਾਨ ਦਾ ਫਰਕ ਹੈ ਜੀ। ਇੰਡੀਆ ਔਰ ਫੋਰਨ ਕੰਟਰੀ ਦੀ ਅਗਰ ਤੁਸੀਂ ਤੁਲਨਾ ਕਰੋ ਤਾਂ ਜ਼ਮੀਨ ਆਸਮਾਨ ਦਾ ਫਰਕ ਹੈ। ਉੱਥੇ ਅਗਰ ਕੋਈ ਛੋਟੇ ਤੋਂ ਛੋਟਾ ਮਤਲਬ ਕਿ ਪਲੇਅਰ ਜਿਹੜਾ ਕੋਈ ਥੋੜ੍ਹਾ ਜਿਹਾ ਵੀ ਉਹ ਟੈਲੈਂਟਡ ਹੁੰਦਾ ਤੇ ਉਹਨੂੰ ਗਵਰਨਮੈਂਟ ਉਹਦੀ ਜਿਹੜੀ ਹੈ ਉਹ ਬਾਂਹ ਫੜਦੀ ਹੈ ਤੇ ਉਹ ਆਟੋਮੈਟਿਕਲੀ ਉਹ ਉੱਪਰ ਜਾ ਕੇ ਆਪਣੀ ਕੰਟਰੀ ਦਾ ਨਾਮ ਰੋਸ਼ਨ ਕਰਦਾ, ਓਲੰਪਿਕ ਦੇ ਵਿੱਚ ਮੈਡਲ ਲੈ ਕੇ ਆਉਂਦਾ, ਏਸ਼ੀਆ ਦੇ ਵਿੱਚ ਮੈਡਲ ਲੈ ਕੇ ਆਉਂਦਾ। ਪਰ ਸਾਡੇ ਦੇਸ਼ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਪਾਲਿਸੀ ਨਹੀਂ ਹੈ, ਇਹੋ ਜਿਹੀ ਕੋਈ ਸਕੀਮ ਨਹੀਂ ਹੈ ਕਿ ਜੇ ਕੋਈ ਪਲੇਅਰ ਟੈਲੈਂਟਡ ਹੈ ਤੇ ਉਹਨੂੰ ਇੱਦਾਂ ਹੀ ਇਗਨੋਰ ਕਰ ਦਿੰਦੇ ਆ ਤੇ ਉਹਦੀ ਜ਼ਿੰਦਗੀ ਇੱਦਾਂ ਹੀ ਜਿਹੜੀ ਹੈ ਉਹ ਰੁਲ ਜਾਂਦੀ ਹੈ। ਔਰ ਜਿਹੜਾ ਉਹ ਖਿਡਾਰੀ ਹੈ ਉਹ ਖਿਡਾਰੀ ਬਣਨ ਦੇ ਬਜਾਏ ਉਹ ਜਾਂ ਤਾਂ ਨਸ਼ੇੜੀ ਬਣ ਜਾਂਦਾ ਜਾਂ ਫਿਰ ਕੋਈ ਉਹ ਚੋਰ ਚੱਕਾ, ਉਹਨੂੰ ਸਰਕਾਰਾਂ ਦੀ ਅਣਗਹਿਲੀ ਦੇ ਕਰਕੇ ਉਹਨੂੰ ਚੋਰ ਚੱਕਾ ਬਣਨਾ ਪੈਂਦਾ, ਕਿਉਂਕਿ ਪੇਟ ਪਾਲਣ ਲਈ ਉਹਨੂੰ ਕੁਛ ਨਾ ਕੁਛ ਤਾਂ ਕਰਨਾ ਪਏਗਾ ਤੇ ਉਹ ਫਿਰ ਗਲਤ ਰਸਤੇ 'ਤੇ ਪੈ ਜਾਂਦਾ ਵਾ ਤੇ ਸਰਕਾਰਾਂ ਨੂੰ ਇਸ ਤਰ੍ਹਾਂ ਜਿਹੜਾ ਉਹ ਨਹੀਂ ਕਰਨਾ ਚਾਹੀਦਾ। ਤੁਸੀਂ ਦੱਸਿਆ ਜਿਵੇਂ ਕਿ ਤੁਸੀਂ ਕਾਫੀ ਸਾਰੇ ਵਿਧਾਇਕਾਂ ਤੇ ਮੰਤਰੀਆਂ ਨੂੰ ਆਪਣੀ ਨੌਕਰੀ ਲਈ ਕਹਿ ਕੇ ਆਏ ਹੋ ਕਿ ਤੁਸੀਂ ਕਿਹਾ ਕਿ ਇੱਕ ਪੀਐਨ ਲਈ ਵੀ ਤੁਹਾਨੂੰ ਉਹਨਾਂ ਨੇ ਨਹੀਂ ਨੌਕਰੀ ਦਿੱਤੀ, ਤੇ ਕੀ ਰੋਸ਼ ਹੈ, ਤੁਸੀਂ ਕੀ ਅਪੀਲ ਕਰੋਗੇ ਉਹਨਾਂ ਨੂੰ? ਮੈਂ ਚਪੜਾਸੀ ਦੀ ਜੋਬ ਦੇ ਲਈ ਉਦੋਂ ਗੁਰਦਾਸਪੁਰ ਦੇ ਵਿੱਚ ਇੱਕ ਵੈਕੈਂਸੀ ਖਾਲੀ ਹੋਈ ਸੀ ਚਪੜਾਸੀ ਦੀ, ਕਿਉਂਕਿ ਬੰਦਾ ਕੋਈ ਰਿਟਾਇਰ ਹੋਇਆ ਸੀਗਾ ਤੇ ਇੱਥੋਂ ਦੇ DSO ਨੇ ਮੈਨੂੰ ਲਿਖ ਕੇ ਵੀ ਦਿੱਤਾ ਕਿ ਚਪੜਾਸੀ ਦੀ ਜੋਬ ਜਿਹੜੀ ਹੈ ਉਹ ਸਾਡੇ ਕੋਲ ਖਾਲੀ ਹੈਗੀ ਹੈ ਤੇ ਮੈਂ ਰਿਕਮੈਂਡ ਕਰ ਦਿੰਦਾ। ਉਹ ਲੈਟਰ ਮੇਰੇ ਕੋਲ ਪਏ ਹੋਏ ਨੇ, ਹਜੇ ਵੀ ਲੈਟਰ ਮੇਰੇ ਕੋਲ ਪਏ ਹੋਏ ਆ, ਉਹਨਾਂ ਦੇ ਸਾਈਨ ਕੀਤੇ ਹੋਏ ਸਟੈਂਪ ਲੱਗੀ ਹੋਈ ਮੇਰੇ ਕੋਲ ਪਈ ਹੋਈ ਹੈ ਤੇ ਉਹਨਾਂ ਨੇ ਲਿਖ ਕੇ ਦਿੱਤਾ, ਕਹਿੰਦੇ ਉੱਤੋਂ ਆਰਡਰ ਕਰਾ ਲਓ। ਜਦੋਂ ਉੱਪਰ ਚਲਾ ਗਿਆ ਤੇ ਇਹਨਾਂ ਨੇ ਐਪਲੀਕੇਸ਼ਨ ਲਈ ਹੈ ਤੇ ਪਹਿਲੇ ਤਾਂ ਕਹਿੰਦੇ ਜੀ ਵੈਕੈਂਸੀ ਹੈ ਨਹੀਂ ਕੋਈ ਵੀ, ਤੇ ਐਪਲੀਕੇਸ਼ਨ ਇਹਨਾਂ ਨੇ ਲੈ ਲਈ ਹੈ। ਬਾਅਦ ਵਿੱਚ ਕੋਈ ਮਹੀਨੇ ਕੁ ਬਾਅਦ ਮੈਨੂੰ ਜਵਾਬ ਆਇਆ, ਕਹਿੰਦੇ ਜੀ ਖਿਡਾਰੀਆਂ ਦੀ ਸਿੱਧੇ ਤੌਰ 'ਤੇ ਭਰਤੀ ਜਿਹੜੀ ਉਹ ਨਹੀਂ ਹੁੰਦੀ, ਅਖਬਾਰਾਂ ਰਾਹੀਂ ਭਰਤੀ ਹੁੰਦੀ ਹੈ ਤੇ ਇਹ ਕਹਿ ਕੇ ਟਾਲ ਦਿੱਤਾ ਤੇ ਫਿਰ ਮੈਂ ਵਾਪਸ ਆ ਗਿਆ ਜੀ। ਤੇ ਤੁਸੀਂ ਹਾਲ ਹੀ ਵਿੱਚ ਭਗਵੰਤ ਮਾਨ ਜੀ ਜੋ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਨੂੰ ਵੀ ਮਿਲ ਕੇ ਆਏ ਹੋ ਤੇ ਤੁਹਾਡੀ ਉਹਨਾਂ ਨਾਲ ਮੁਲਾਕਾਤ ਦੌਰਾਨ ਕੀ ਗੱਲਬਾਤ ਹੋਈ ਹੈ? ਮੈਂ ਆਪਣੀ ਸਾਰੀ ਫਾਈਲ ਜਿਹੜੀ ਆ ਉਹ ਬਣਾ ਕੇ ਮਾਨ ਸਾਹਿਬ ਨੂੰ ਕੱਲ੍ਹ 28 ਤਰੀਕ ਨੂੰ ਮੈਂ ਉੱਥੇ ਜਮ੍ਹਾਂ ਕਰਾ ਕੇ ਆਇਆ। ਉਹਨਾਂ ਦੇ PA ਨਾਲ ਮੇਰੀ ਗੱਲ ਹੋਈ ਸੀਗੀ ਤੇ ਉਹਨਾਂ ਨੂੰ ਸਾਰਾ ਕੇਸ ਮੈਂ ਸਮਝਾਇਆ ਕਿ ਇਸ ਤਰ੍ਹਾਂ 91-92 ਦਾ ਮੇਰਾ ਕੇਸ ਇੱਥੇ ਚੱਲਦਾ ਪਿਆ ਵਾ, ਮੈਂ ਆਉਣਾ ਜਾਣਾ ਪਰ ਮੈਨੂੰ ਕੋਈ ਵੀ ਜਿਹੜੀ ਹੈ ਸਪੋਰਟ ਜਿਹੜੀ ਉਹ ਨਹੀਂ ਮਿਲਦੀ ਤੇ ਇੱਦਾਂ ਹੀ ਟਾਲਮ ਟੋਲੀ ਕਰਕੇ ਮੈਨੂੰ ਭੇਜ ਦਿੰਦੇ ਆ। ਤੇ ਉਹਨਾਂ ਦੇ PA ਨਾਲ ਮੈਂ ਗੱਲ ਕੀਤੀ ਹੈ ਤਾਂ ਕਹਿੰਦੇ ਸੀ ਅਸੀਂ ਤੁਹਾਡੀ ਗੱਲ ਜਿਹੜੀ ਹੈ ਉਹ ਮਾਨ ਜੀ ਤੱਕ ਪਹੁੰਚਾਵਾਂਗੇ ਜ਼ਰੂਰ। ਕੀ ਆਸ਼ਵਾਸਨ ਦਿੱਤਾ ਉਹਨਾਂ ਨੇ ਤੁਹਾਨੂੰ? ਉਹ ਕਹਿੰਦੇ ਕਿ ਅਸੀਂ ਤੁਹਾਡੀ ਜਿਹੜੀ ਗੱਲ ਹੈ ਉਹਨਾਂ ਤੱਕ ਪਹੁੰਚਾਵਾਂਗੇ ਤੇ ਮੈਨੂੰ ਉਮੀਦ ਹੈ ਕਿ 100% ਜਿਹੜਾ ਉਹ ਕਹਿੰਦੇ ਆ ਕਿ ਹਰਾ ਪੈਨ ਚੱਲੇਗਾ ਤੇ ਮੈਨੂੰ ਉਮੀਦ ਹੈ ਕਿ ਮੇਰੀ ਫਾਈਲ 'ਤੇ ਵੀ ਹਰਾ ਪੈਨ ਜਿਹੜਾ ਉਹ ਚੱਲੇਗਾ, ਸਾਨੂੰ 100% ਉਮੀਦ ਹੈ ਜੀ। ਪਹਿਲੇ ਦੀ ਗੱਲ ਤਾਂ ਹੋਰ ਸੀ, ਪਰ ਇਸ ਟਾਈਮ ਹੁਣ ਤੁਸੀਂ ਓਵਰਏਜ ਹੋ ਚੁੱਕੇ ਹੋ ਤੇ ਤੁਸੀਂ ਕੀ ਉਮੀਦ ਕਰਦੇ ਹੋ ਕਿ ਤੁਹਾਨੂੰ ਸਰਕਾਰ ਕੋਈ ਤੁਹਾਡਾ ਸਾਥ ਦੇਵੇਗੀ ਜਾਂ ਤੁਹਾਨੂੰ ਨੌਕਰੀ ਦੇਵੇਗੀ?
100% ਸਾਨੂੰ ਉਮੀਦ ਹੈ ਕਿ ਗਵਰਨਮੈਂਟ ਜਿਹੜੀ ਹੈ ਉਸ ਮੈਨੂੰ ਜ਼ਰੂਰ ਸਪੋਰਟ ਕਰੇਗੀ, ਕਿਉਂਕਿ ਓਵਰੇਜ ਹੁਣ ਦੇਖੋ ਤੁਸੀਂ 95 ਸਾਲ ਦੇ ਜਿਹੜੇ ਬਜ਼ੁਰਗ ਆ ਉਹ ਦੁਬਾਰਾ ਹੱਥ ਜੋੜ ਕੇ ਫਿਰ ਲੋਕਾਂ ਦੇ ਵਿੱਚ ਆਉਂਦੇ, ਕਹਿੰਦੇ ਸਾਨੂੰ ਇੱਕ ਮੌਕਾ ਦਿਓ, ਸਾਨੂੰ ਇੱਕ ਮੌਕਾ ਦਿਓ ਜੀ। ਤੇ ਜੇ ਉਹ ਦੇਸ਼ ਦੀ ਸੇਵਾ ਕਰਨ ਨੂੰ ਤਿਆਰ ਹੈ, ਪੰਜਾਬ ਦੀ ਸੇਵਾ ਕਰਨ ਨੂੰ ਤਿਆਰ ਹੈ, ਤੇ ਅਸੀਂ 50 ਸਾਲ 51 ਸਾਲ ਉਮਰ ਕੁਝ ਵੀ ਨਹੀਂ ਹੁੰਦੀ। ਮੈਂ ਤੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੀ ਤਿਆਰੀ ਕੀਤੀ ਹੈ ਦੁਬਈ ਦੇ ਅੰਦਰ, ਤੇ ਮੇਰੀ ਸਰਵਾਈਕਲ ਦੀ ਪ੍ਰੋਬਲਮ ਹੋ ਗਈ। ਡਾਕਟਰਾਂ ਨੇ ਕਿਹਾ ਵੀ ਨਹੀਂ ਬਈ ਤੂੰ ਮਤਲਬ ਕਿ ਦੌੜਨਾ ਤੂੰ ਥੋੜ੍ਹਾ ਬੰਦ ਕਰ ਦੇ, ਡਾਕਟਰਾਂ ਨੇ ਮੈਨੂੰ ਸਟੋਪ ਕਰ ਦਿੱਤਾ। ਤੇ ਮੈਂ ਤੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੀ ਤਿਆਰੀ ਹੈ ਮੇਰੀ। 180 ਮੰਜ਼ਲ ਜਿਹੜੀ ਹੈ ਉਹ ਮੈਂ ਸੀੜੀਆਂ ਤੋਂ ਚੜ੍ਹਨ ਦਾ ਪੂਰੀ ਪ੍ਰੈਕਟਿਸ ਜਿਹੜੀ ਮੈਂ ਕੀਤੀ ਹੈ, ਔਰ 52-55 ਟੈਂਪਰੇਚਰ ਦੇ ਵਿੱਚ ਮੈਂ ਦੌੜ ਕੇ ਆਪਣੇ ਆਪ ਨੂੰ ਢਾਲਿਆ ਹੈ। ਤੇ ਇਹ ਮੈਡਲ ਜਿਹੜੇ ਆ ਮੈਂ ਇੰਨੀ ਕੜੀ ਮਿਹਨਤ ਦੇ ਨਾਲ ਪ੍ਰਾਪਤ ਕੀਤੇ ਆ, ਪਰ ਸਰਕਾਰਾਂ ਨੇ ਕੋਈ ਮੁੱਲ ਹੀ ਨਹੀਂ ਪਾਇਆ ਮੇਰਾ ਜੀ। ਸੋ ਇਹ ਸਨ ਗੁਰਦਾਸਪੁਰ ਤੋਂ ਸਰਬਜੀਤ ਜੀ, ਤੇ ਅਸੀਂ ਉਮੀਦ ਕਰਦੇ ਹਾਂ ਕਿ ਸਰਕਾਰ ਵੱਲੋਂ ਉਹਨਾਂ ਨੂੰ ਬੰਦਾ ਮਾਨ ਸਤਿਕਾਰ ਤੇ ਉਹਨਾਂ ਦੀ ਜਿਹੜੀ ਸੁਣਵਾਈ ਕੀਤੀ ਜਾਵੇਗੀ ਤੇ ਉਹਨਾਂ ਨੂੰ ਕੋਈ ਨੌਕਰੀ ਦਿੱਤੀ ਜਾਵੇਗੀ।